सूबे दीआं प्रमुख सियासी ਅਤੇ समाजिक खबरों के इस खास बुलेटिन ਦੇ ਵਿੱਚ स्वागत है। मैं हाँ जगदीश संधू। बुलेटिन की शुरुआत करते हैं जीरा तो, जिथे नवजोत सिंह सिद्धू पहुंचे ਅਤੇ अकाल चलाना कर गए कांग्रेसी वर्कर के परिवार के नाल नवजोत सिंह सिद्धू ने मुलाकात की ਅਤੇ इस मौके दुख का प्रगटावा किया ਅਤੇ परिवार के नाल दुख भी साझा किया। इस मौके कांग्रेस के कई वड्डे आगू नवजोत सिंह सिद्धू के नाल रहे। नवजोत सिंह सिद्धू ने इस मौके संबोधन करदिआं पंजाब सरकार ਅਤੇ सूबे की कानून व्यवस्था ਨੂੰ ਲੈ ਕੇ ਵੱਡੇ सवाल चुके ने। उन्होंने कहा कि सूबे ਦੇ ਵਿੱਚ कानून व्यवस्था की स्थिति लगातार खराब होंदी जा रही है। कांग्रेसी वर्करां उपर लगातार हुंदे हमलिਆਂ बाबत भी नवजोत सिंह सिद्धू ने अपनी चिंता का इजहार किया है। उन्होंने मांग की है कि इन्हां मामलों के विच दोषियों के खिलाफ सख्त कानूनी कार्रवाई की जाए। सुप्रीमो साहब जिन्होंने जबान दी, मेरी कोई निजी लड़ाई नहीं, ना सी ना है। फास्ट ट्रैक कोर्ट की गल की नहीं नहीं नहीं, मैं उत्ते आना। सुप्रीमो साहब ने कहा, रिपोर्ट पढ़ लो कुंवर विजय प्रताप की, 24 घंटिਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲ ਜੂ, ਅਸੀਂ ਦਵਾਂਗੇ। ਤੇ 24 ਦਿਨ ਤੇ ਹੋ ਗਏ। ਤੁਸੀਂ ਹਿਮਾਚਲ ਦੀਆਂ ਠੰਡੀਆਂ ਹਵਾਵਾਂ 'ਚ ਸੱਤਾ ਦੇ ਲਾਲਚ ਦੇ ਵਿੱਚ ਫਿਰ ਝੂਠ ਬੋਲ ਰਹੇ ਹੋ ਤੇ ਇੱਥੇ ਫਿਰ ਲੋਕ ਗੁਰੂ ਦੇ ਇਨਸਾਫ ਦੀ ਮੰਗ ਕਰਦੇ ਆ। 24 ਘੰਟੇ ਹੋ ਗਏ, ਪੋਲੀਟੀਕਲ ਵਿਲ ਹੈ ਨਹੀਂ। ਜੇ ਹੋਵੇ ਤੇ ਲਾਓ ਫਾਸਟ ਟਰੈਕ ਕੋਰਟ। ਮੈਂ ਮੰਗ ਕਰਦਾ, ਲਾਓ ਫਾਸਟ ਟਰੈਕ ਕੋਰਟ। ਹਰ ਰੋਜ਼ ਕਰੋ ਸੁਣਵਾਈ। ਇੱਕ ਮਿੰਟ ਬੀਬੀ, ਹਰ ਰੋਜ਼ ਕਰੋ ਸੁਣਵਾਈ। ਤੇ ਜਦੋਂ ਹਰ ਰੋਜ਼ ਹੋਊ ਸੁਣਵਾਈ ਤੇ ਪਤਾ ਲੱਗ ਜੂ ਕੌਣ ਕਿੰਨੇ ਪਾਣੀ 'ਚ ਖੜਾ। ਔਰ ਜਿਹੜੇ ਲੋਕਾਂ ਨੇ ਇਨਸਾਫ ਨਹੀਂ ਦਿੱਤਾ, ਕਰੋ ਕਟਗਰੇ 'ਚ ਖੜਾ। ਕੱਲ ਮੈਂ ਜਾ ਕੇ ਆਇਆ, ਉੱਥੇ ਸਰਪੰਚ ਦਾ ਕਬਜ਼ਾ ਲੈਣ 60 ਬੰਦੇ ਆਏ ਸੀ ਤੇ ਖਬਰ ਚੱਲੀ ਸਰਪੰਚ ਨੇ ਗੋਲੀਆਂ ਚਲਾ ਦਿੱਤੀਆਂ। ਕਿੱਥੇ ਚਲਾਤੀਆਂ ਉਹਨੂੰ ਤਾਂ ਪਤਾ ਵੀ ਨਹੀਂ ਲੱਗਿਆ। 60 ਬੰਦਿਆਂ ਨੇ ਕਦ ਪੁਲਿਸ ਨੇ ਖੜਾ ਕੇ ਗੋਲੀਆਂ ਮਾਰੀਆਂ। ਹਾਂਜੀ, ਇਹ ਗੱਲਾਂ ਨੂੰ ਡਿਸਟੋਰਟ ਕੀਤਾ ਜਾਂਦਾ ਹੈ। ਕਰੋ ਸ਼ਨਾਖਤ, ਕੋਈ ਪਾਰਟੀ ਦਾ ਹੋਵੇ ਜਿਹੜਾ ਇਸ 75-25 ਚ ਹੋਵੇ, ਨੰਗਿਆਂ ਕਰਕੇ ਖੜਾ ਕਰ ਦਿਓ, ਮੈਂ ਜੈ ਜੈਕਾਰ ਕਰੂੰਗਾ। ਲੇਕਿਨ ਜੇ ਤੁਸੀਂ ਵੀ ਇਸ ਤੰਤਰ ਦਾ ਹਿੱਸਾ ਬਣ ਗਏ, ਤੁਸੀਂ ਵੀ ਆਸ ਦਵਾ ਕੇ, ਵਿਸ਼ਵਾਸ ਦਵਾ ਕੇ ਖੇਤੀ ਸੁੱਕਣ ਤੋਂ ਬਾਅਦ ਹੀ ਬਾਰਿਸ਼ ਕਰਨੀ ਹੈ ਤੇ ਤੁਹਾਡੇ ਅੱਗੇ ਵੀ ਖੜਾਂਗੇ। ਲੇਕਿਨ ਅਜੇ ਸਮਾਂ ਦਿੰਨੇ ਆ, ਅਜੇ ਸਮਾਂ ਦਿੰਨੇ ਆ। ਤੁਸੀਂ 24 ਘੰਟੇ ਗਏ ਸੀ, 24 ਦਿਨਾਂ ਬਾਅਦ ਆਏ ਆ। ਤੁਸੀਂ ਮਹੀਨੇ 2 ਲਓ, ਲੇਕਿਨ ਇਹ ਇਨਸਾਫ ਕਰੋ। ਔਰ ਲੋਕਾਂ ਨੂੰ ਪਤਾ ਹੈ, ਲੋਕਾਂ ਨੇ ਜਨਤਾ ਦੀ ਅਦਾਲਤ 'ਚ ਇਨਸਾਫ ਕੀਤਾ ਹੈ, ਬਾਕਾਇਦਾ ਕੀਤਾ। 7 ਸਾਲਾਂ 'ਚ ਭਾਵਾਂ ਕੋਰਟਾਂ 'ਚ ਇਨਸਾਫ ਨਾ ਹੋਇਆ, ਔਰ ਕੋਰਟਾਂ ਦੇ ਵਿੱਚ ਉਹੀ ਇਨਸਾਫ ਹੋਣਾ ਜੋ ਤੁਸੀਂ ਐਵੀਡੈਂਸ ਪੇਸ਼ ਕਰੋਗੇ। ਜੇ ਜਾਣ ਬੁੱਝ ਕੇ ਤੁਸੀਂ ਐਵੀਡੈਂਸ ਪੇਸ਼ ਕਰੋਗੇ, 5-5 ਸਿੱਟਾਂ 4-4 ਸਿੱਟਾਂ ਬਣਾਓਗੇ, ਉਹਨਾਂ ਦਾ ਮਤਲਬ ਸਿਟ ਡਾਊਨ। ਮੈਂ ਪਹਿਲਾਂ ਵੀ ਕਹਿੰਦਾ ਰਿਹਾ ਆਪਦੀ ਸਰਕਾਰ 'ਚ। ਹਾਂਜੀ, ਤੇ ਇਨਸਾਫ ਕਿਵੇਂ ਹੋਊ? ਤੇ ਹੁਣ ਪੰਜਾਬ ਨਾਲ ਸੰਬੰਧਿਤ ਅੱਜ ਦੀਆਂ ਸਿਆਸੀ ਖਬਰਾਂ ਦੇ ਉੱਤੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ ਪ੍ਰਤੀਕਰਮ ਜਾਣ ਲੈਂਦੇ ਆ। ਡੱਲਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀਆਂ ਸਿਆਸੀ ਗਤੀਵਿਧੀਆਂ ਨੂੰ? ਦੇਖੋ, ਮੈਂ ਜਿਹੜਾ ਰੋਡ ਸ਼ੋਅ ਸੀ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਨੂੰ ਮੁਬਾਰਕਾਂ ਨੇ, 92 ਸੀਟਾਂ ਪੰਜਾਬ 'ਚ ਮਿਲੀਆਂ ਨੇ। ਜੀ ਸਦਕੇ ਰੋਡ ਸ਼ੋਅ ਕਰਨ, ਹਿਮਾਚਲ 'ਚ ਕਰਨ, ਗੁਜਰਾਤ 'ਚ ਕਰਨ, ਮੈਂ ਤਾਂ ਕਹਿੰਦਾ ਦਿੱਲੀ 'ਚ ਵੀ ਕਰਨ, ਪੰਜਾਬ 'ਚ ਵੀ ਉਹਨਾਂ ਨੇ ਕੀਤਾ ਸੀ। ਪਰ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ, ਮੈਂ ਸੁਣ ਰਿਹਾ ਸੀ ਕਹਿੰਦੇ 20 ਦਿਨਾਂ 'ਚ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ। ਇਸੇ ਤਰ੍ਹਾਂ ਅਸੀਂ ਦਿੱਲੀ 'ਚ ਕਰਪਸ਼ਨ ਖਤਮ ਕੀਤੀ ਸੀ। ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ 20 ਦਿਨਾਂ 'ਚ ਕਰਪਸ਼ਨ ਖਤਮ ਹੋ ਗਈ। ਗੱਲ ਇਹ ਵੀ ਕਰ ਦੇਣੀ ਚਾਹੀਦੀ ਸੀ ਕੇਜਰੀਵਾਲ ਸਾਹਿਬ ਨੂੰ ਕਿ ਪੰਜਾਬ ਦਾ ਅਮਨ ਕਾਨੂੰਨ ਕਿੰਨਾ ਕੁ ਸੁਧਰਿਆ ਤੁਹਾਡੇ ਆਉਣ ਨਾਲ। ਦਿੱਲੀ 'ਚ ਮੰਨ ਲਿਆ ਆਮ ਆਦਮੀ ਪਾਰਟੀ ਕੋਲੇ ਪੁਲਿਸ ਪ੍ਰਸ਼ਾਸਨ ਨਹੀਂ ਹੈ, ਪਰ ਪੰਜਾਬ 'ਚ ਤਾਂ ਹੈ। ਔਰ ਪੰਜਾਬ 'ਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ, ਉਹ ਸਾਰੀ ਕਾਰਗੁਜ਼ਾਰੀ ਦਾ ਖੁਲਾਸਾ ਕਰਦੀ ਹੈ। ਮੈਨੂੰ ਲੱਗਦਾ ਹੈ ਅਤੀ ਉਤਸ਼ਾਹੀ ਹੋਣ ਦੀ ਜ਼ਰੂਰਤ ਨਹੀਂ ਹੈ। ਆਮ ਆਦਮੀ ਪਾਰਟੀ ਦਾ ਹੱਕ ਹੈ, ਪੰਜਾਬ 'ਚ ਐਡਾ ਵੱਡਾ ਬਹੁਮਤ ਮਿਲਿਆ, ਉਹ ਪ੍ਰਚਾਰ ਕਰਨ ਹਿਮਾਚਲ ਜਾ ਕੇ, ਗੁਜਰਾਤ ਜਾ ਕੇ, ਪਰ ਉਹ ਪੰਜਾਬ ਦੇ ਅਮਨ ਕਾਨੂੰਨ ਵਾਲੇ ਪਾਸੇ ਵੀ ਧਿਆਨ ਰੱਖਣ, ਪੰਜਾਬ ਦੇ ਮੁਲਾਜ਼ਮਾਂ ਵਾਲੇ ਪਾਸੇ ਵੀ ਧਿਆਨ ਰੱਖਣ। ਜਿਹੜੇ ਮੁਲਾਜ਼ਮ ਸਾਡੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨ ਵਾਲੇ ਪਾਸੇ ਧਿਆਨ ਰੱਖਣ। ਔਰ ਜਿਹੜੇ ਕੁਝ ਨੋਟਿਸ ਸਾਡੇ ਵੱਡੇ ਅਫਸਰਾਂ ਨੂੰ ਗਏ ਨੇ ਕਿ ਜਿਹੜੇ ਮੁਲਾਜ਼ਮ ਛੁੱਟੀ ਲੈ ਕੇ ਧਰਨੇ ਪ੍ਰਦਰਸ਼ਨ 'ਚ ਜਾਂਦੇ ਨੇ, ਉਹਨਾਂ 'ਤੇ ਅਨੁਸ਼ਾਸਨੀ ਕਾਰਵਾਈ ਕਰੋ। ਇਹ ਸਾਰੀਆਂ ਗੱਲਾਂ ਵੀ ਉਹ ਰੋਡ ਸ਼ੋਅ ਦੇ ਵਿੱਚ ਦੱਸਿਆ ਕਰਨ। ਸਿਰਫ 20 ਦਿਨਾਂ 'ਚ ਪੰਜਾਬ 'ਚ ਕਰਪਸ਼ਨ ਖਤਮ ਕਰਨ ਦੀ ਗੱਲ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਇਹ ਮਾਰਕੀਟਿੰਗ ਹੈ, ਸਿਰਫ ਇਹ ਮਾਰਕੀਟਿੰਗ ਹੈ। ਔਰ ਮੈਨੂੰ ਲੱਗਦਾ ਕਿ ਪੰਜਾਬ
ਇਸ ਮਾਰਕੀਟਿੰਗ ਨਾਲੋਂ ਜ਼ਿਆਦਾ ਦਾ ਹੱਕਦਾਰ ਹੈ ਪੰਜਾਬ ਅਰਵਿੰਦ ਕੇਜਰੀਵਾਲ ਦੀ ਚੰਗੀ ਸੋਚ ਦੇ ਲਾਗੂ ਹੋਣ ਦਾ ਹੱਕਦਾਰ ਹੈ। ਅਰਵਿੰਦ ਕੇਜਰੀਵਾਲ ਕੋਲੇ ਬਹੁਤ ਆਈਡੀਆਜ਼ ਨੇ, ਉਹ ਮੁਹੱਲਾ ਕਲੀਨਿਕ ਵਾਲੇ ਪਾਸੇ ਧਿਆਨ ਦੇਣ, ਪੰਜਾਬ ਦਾ ਅਮਨ ਕਾਨੂੰਨ ਦਰੁਸਤ ਕਰਾਉਣ। ਅਰਵਿੰਦ ਕੇਜਰੀਵਾਲ ਜੀ, ਅਰਵਿੰਦ ਕੇਜਰੀਵਾਲ ਪੰਜਾਬ 'ਚ ਆਪ ਆ ਜਾਣ, ਚਾਹੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਜ਼ਿੰਮੇਵਾਰੀ ਲਾਉਣ ਕਿ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ, ਪੰਜਾਬ ਦੇ ਲੋਕਾਂ ਨੂੰ ਐਡਰੈਸ ਕਰੋ, ਆਪਣੀਆਂ ਪ੍ਰਾਇੋਰਟੀਜ਼ ਤੈਅ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣ। ਬਹਿਬਲ ਕਲਾਂ ਧਰਨਾ ਲੱਗ ਗਿਆ, ਉਹਦੇ ਉੱਪਰ ਵੀ ਗੱਲ ਰੱਖਣ ਕਿ ਉਹ ਕਿਵੇਂ ਜਲਦ ਤੋਂ ਜਲਦ ਮਸਲੇ ਜਿਹੜੇ ਨੇ ਹੱਲ ਕਰਨੇ ਨੇ। ਸੋ ਇਸ ਕਰਕੇ ਹੁਣ ਦਾਅਵਿਆਂ ਦੀ ਜਿਹੜੀ ਰਾਜਨੀਤੀ ਹੈ, ਸਿਰਫ ਦਾਅਵਿਆਂ ਦੀ ਰਾਜਨੀਤੀ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਇਸ ਕਰਕੇ ਬਹੁਤ ਕੰਮ ਆਮ ਆਦਮੀ ਪਾਰਟੀ ਨੂੰ ਕਰਨੇ ਪੈਣੇ ਨੇ, ਬਹੁਤ ਵੱਡੀਆਂ ਚੁਣੌਤੀਆਂ ਨੇ। ਉਧਰ ਹਿਮਾਚਲ ਪ੍ਰਦੇਸ਼ ਵਿਖੇ ਵੀ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ। ਅਜਿਹੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਆਪਣਾ ਸਿਆਸੀ ਅਭਿਆਨ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤੇਜ਼ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੁਆਰਾ ਮੰਡੀ ਵਿਖੇ ਇੱਕ ਵੱਡਾ ਤਿਰੰਗਾ ਯਾਤਰਾ ਕੱਢੀ ਗਈ ਹੈ। ਇਸ ਤਿਰੰਗਾ ਯਾਤਰਾ ਦੀ ਅਗਵਾਈ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੁਆਰਾ ਕੀਤੀ ਗਈ ਹੈ। ਇਸ ਮੌਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਤਿਰੰਗਾ ਯਾਤਰਾ ਦੌਰਾਨ ਆਪ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਹੁਣ ਬਾਕੀ ਸੂਬਿਆਂ ਦੇ ਵਿੱਚ ਵੀ ਆਪ ਦੀ ਲਹਿਰ ਹੈ ਅਤੇ ਲੋਕ ਦੇਸ਼ ਦੇ ਵਿੱਚ ਬਦਲਾਅ ਚਾਹੁੰਦੇ ਨੇ। मेरा छोटा भाई भगवंत मान, हम लोग बहुत मामूली लोग हैं, आप ही की तरह हैं, आम आदमी हैं, हमें राजनीति करनी नहीं आती, ये हमारी सबसे बड़ी कमजोरी है। हमें काम करना आता है, हमें देशभक्ति करनी आती है, हमें भ्रष्टाचार दूर करना आता है। दिल्ली से पहले खत्म करा भ्रष्टाचार। और अब मैं बहुत बड़ी बात बोल रहा हूं, 20 दिन में भगवंत मान जी को 20 दिन हुए मुख्यमंत्री बने हुए। 20 दिन में भाई साहब पंजाब से भ्रष्टाचार खत्म हो गया, कम नहीं हुआ, खत्म हो गया। आपको यकीन नहीं होगा ना, आपके यार दोस्त रिश्तेदार पंजाब में रहते होंगे, उनको फोन करके पूछना, किसी थाने में चले जाओ पंजाब में, किसी रजिस्ट्रार तहसीलदार के किसी दफ्तर में चले जाओ काम कराने, किसी की हिम्मत नहीं है पैसे मांगने की। अब क्यों? अगर हमने 20 दिन में भ्रष्टाचार खत्म कर दिया, 75 साल में इन्होंने क्यों नहीं किया? क्योंकि हमारी नीयत साफ है, हम ईमानदार आदमी हैं, कट्टर लोग, कट्टर ईमानदार हैं हम लोग। पहले पैसा नीचे से ऊपर जाता था मुख्यमंत्री तक, अब ईमानदार मुख्यमंत्री आ गया, पैसा चलना बंद हो गया, जो पैसा खाएगा सीधा जेल जाएगा। पहले दिल्ली में भ्रष्टाचार खत्म करा, फिर पंजाब में भ्रष्टाचार खत्म करा, अब यह करना है नहीं करना, पक्की बात। ਉਧਰ ਨਵਜੋਤ ਸਿੰਘ ਸਿੱਧੂ ਸਮਰਥਕਾਂ ਦੁਆਰਾ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਜ਼ੀਰਾ ਵਿਖੇ ਕੁਲਬੀਰ ਸਿੰਘ ਜ਼ੀਰਾ ਦੇ ਨਿਵਾਸ ਸਥਾਨ ਉੱਪਰ ਸਿੱਧੂ ਸਮਰਥਕ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਸੂਬੇ ਦੀਆਂ ਸਿਆਸੀ ਸਥਿਤੀਆਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਸੁਖਵਿੰਦਰ ਡੈਨੀ, ਤਰਸੇਮ ਸਿਆਲਕਾ, ਸੁਨੀਲ ਦੱਤੀ ਅਤੇ ਹੋਰ ਵੱਡੇ ਕਾਂਗਰਸੀ ਆਗੂ ਮੌਜੂਦ ਰਹੇ। ਉਧਰ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਪਣੇ ਦਿੱਤੇ ਵਿਵਾਦਿਤ ਬਿਆਨ ਦੇ ਬਾਰੇ ਵਿੱਚ ਪ੍ਰਤੀਕਰਮ ਦਿੱਤਾ ਹੈ ਅਤੇ ਸਫਾਈ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਜਾਤੀ ਜਾਂ ਧਰਮ ਦਾ ਨਿਰਾਦਰ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਸਿਰਫ ਕਾਂਗਰਸ ਦੀ ਹਾਈ ਕਮਾਂਡ ਨੂੰ ਆਗਾਹ ਕਰਨਾ ਸੀ। ਕੁਝ ਦਿਨ ਪਹਿਲਾਂ ਮੈਂ ਕਾਂਗਰਸ ਹਾਈ ਕਮਾਂਡ ਨੂੰ ਸੁਚੇਤ ਕੀਤਾ ਸੀ ਇਹ ਜੇ ਦਿੱਲੀ 'ਚ ਵਿਚਰਦੇ ਲੀਡਰਾਂ ਤੋਂ ਜੋ ਪਾਰਟੀ ਹਾਈ ਕਮਾਂਡ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਹੈ, ਇਹ ਕਾਂਗਰਸ ਪਾਰਟੀ ਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਹੈ। ਮੈਂ ਆ ਵੀ ਸੁਚੇਤ ਕੀਤਾ ਸੀ ਵੀ ਇਹਨਾਂ ਲੋਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਵ ਨਾ ਦਿੱਤਾ ਜਾਵੇ, ਸਿਰ ਤੇ ਨਾ ਬਿਠਾਇਆ ਜਾਵੇ, ਕਿਉਂਕਿ ਇਹ ਜਿਹਾ ਕਰਨ ਦੇ ਨਾਲ ਜਿੱਥੇ ਪਾਰਟੀ ਹਾਈ ਕਮਾਂਡ ਦੇ ਰੁਤਬੇ ਨੂੰ ਢਾਹ ਲੱਗਦੀ ਹੈ, ਠੇਸ ਪਹੁੰਚਦੀ ਹੈ, ਉੱਥੇ ਹੀ ਕਰੋੜਾਂ ਜਿਹੜੇ ਕਾਂਗਰਸ ਦੇ ਵਰਕਰ ਹੈ, ਗਰਾਊਂਡ ਲੈਵਲ ਤੇ ਕੰਮ ਕਰਦੇ ਹੈ, ਬੂਥ ਲੈਵਲ ਤੇ ਕੰਮ ਕਰਦੇ ਹੈ, ਹੋ ਸਕਦਾ ਹੈ ਉਹ ਇਹਨਾਂ ਲੀਡਰਾਂ ਵਾਂਗੂ ਚਿੱਠੀਆਂ ਨਾ ਲਿਖਦੇ ਹੋਣ, ਬਿਆਨ ਨਾ ਛੱਡਦੇ ਹੋਣ, ਪਰ ਉਹ ਕਾਂਗਰਸ ਦੀ ਆਈਡੀਓਲੋਜੀ ਦੇ ਨਾਲ ਬੱਝੇ ਹੈ, ਕਾਂਗਰਸ ਹਾਈ ਕਮਾਂਡ ਦੇ ਨਾਲ, ਉਹਨਾਂ ਦੇ ਕਾਂਗਰਸ ਹਾਈ ਕਮਾਂਡ ਤੇ ਮਗਰ ਖੜੇ ਹੈ। ਉਹਨਾਂ ਦੀ ਵੀ ਤੋਹੀਨ ਹੁੰਦੀ ਹੈ ਅਗਰ ਇਸ ਕਿਸਮ ਦੇ ਦਿੱਲੀ ਦੇ ਵਿੱਚ ਬੈਠੇ ਆਮ ਚੇਅਰ ਲੀਡਰਸ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਸਿਰਫ ਸੁਚੇਤ ਕਰਨ ਵਾਸਤੇ ਪਾਰਟੀ ਲੀਡਰਸ਼ਿਪ ਨੂੰ ਮੈਂ ਬਿਆਨ ਦਿੱਤੇ ਸੀਗੇ, ਨਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ।
ਮੈਂ ਆਪਣੇ ਪੂਰੇ ਜੀਵਨ ਦੇ ਅੰਦਰ 68-70 ਸਾਲ ਦੇ ਕਰੀਬ ਆਪਣੇ ਜੀਵਨ ਦੇ ਅੰਦਰ ਹਰੇਕ ਧਰਮ ਤੇ ਜਾਤੀ ਦਾ सम्मान ਕੀਤਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੀ ਧਰਮ ਜਾਤੀ ਪ੍ਰਤੀ ਟਿੱਪਣੀ ਕਰਨ ਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ। ਇਨਫੈਕਟ ਆਪਣੇ ਸਿਆਸੀ ਜੀਵਨ ਦੇ ਅੰਦਰ ਮੈਂ ਹਮੇਸ਼ਾ ਕਮਜ਼ੋਰ ਤੇ ਪਿਛੜੇ ਵਰਗ ਦੀ ਲੜਾਈ ਅੱਗੇ ਹੋ ਕੇ ਲੜੀ ਹੈ, ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਲੜੀ ਹੈ ਤੇ ਉਹਨਾਂ ਦੀ ਆਵਾਜ਼ ਹਮੇਸ਼ਾ ਚੱਕੀ ਹੈ। ਪਰ ਮੈਨੂੰ ਅੱਜ ਇਸ ਗੱਲ ਦਾ ਅਫਸੋਸ ਹੈ ਕਿ ਮੇਰੇ ਇਹ ਜਿਹੜੇ ਬਿਆਨ ਸੀਗੇ ਜਿਨ੍ਹਾਂ ਕੱਲ ਕਈ ਪੱਤਰਕਾਰ ਸਾਥੀਆਂ ਨਾਲ ਗੱਲਬਾਤ ਜੋ ਕੀਤੀ ਹੈ ਉਹਨੂੰ ਅੱਜ ਕ੍ਰਿਮੀਨਲ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੋੜ ਮਰੋੜ ਕੇ ਆਊਟ ਆਫ ਕੰਟੈਕਸਟ ਦੂਜੀ ਗੱਲਾਂ ਦੇ ਨਾਲ ਜਿਹਦੇ ਨਾਲ ਇਹਦਾ ਕੋਈ ਸਰੋਕਾਰ ਹੈ ਨਹੀਂ ਸੀਗਾ, ਕੋਈ ਸੰਦਰਭ ਹੈ ਨਹੀਂ ਸੀਗਾ, ਉਹਦੇ ਨਾਲ ਜੋੜ ਕੇ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ। ਜੋ ਲੋਕ ਸੱਚ ਜਾਣਨਾ ਚਾਹੁੰਦੇ ਆ, ਮੇਰੀ ਉਹਨਾਂ ਨੂੰ ਇੰਨੀ ਅਪੀਲ ਹੈ ਕਿ ਕੋਈ ਵੀ ਇਹ ਭਾਵਨਾ ਉਤੇਜਿਤ ਕਰਨ ਵਾਲੇ ਕਿਸੇ ਗੱਲ ਤੇ ਨਾ ਆ ਕੇ ਮੇਰੇ ਫੇਸਬੁੱਕ ਦੇ ਉੱਤੇ ਉਹ ਸਾਰੇ ਇੰਟਰਵਿਊਜ਼, ਕਿਉਂਕਿ ਉਹ ਇੰਟਰਵਿਊਜ਼ ਸਿਰਫ ਇੱਕ ਚੈਨਲ ਨੂੰ ਨਹੀਂ ਬਲਕਿ ਬਹੁਤ ਸਾਰੇ ਪੱਤਰਕਾਰ ਸਾਥੀ ਬਹੁਤ ਸਾਰੇ ਚੈਨਲਸ ਨੂੰ ਦਿੱਤੀ ਗਈ ਸੀ, ਉਹ ਪੂਰੀ ਇੰਟਰਵਿਊ ਦੇਖਣ, ਸਾਰੀ ਸੱਚਾਈ ਸਾਹਮਣੇ ਆ ਜੂਗੀ। ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਦੁਆਰਾ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਨੇ ਵੀ ਆਪਣਾ ਇਤਰਾਜ਼ ਜ਼ਾਹਿਰ ਕੀਤਾ ਹੈ। ਉਹਨਾਂ ਕਿਹਾ ਕਿ ਜਾਖੜ ਨੇ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਇਸ ਦੇ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਜਿਹੜਾ ਘਟੀਆ ਤੁਸੀਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਦਲਿਤਾਂ ਦੇ ਖਿਲਾਫ, ਕੀ ਤੁਹਾਡੀ ਮਾਨਸਿਕਤਾ ਖੋ ਬੈਠੀ ਹੈ? ਕੀ ਤੁਹਾਡੀ ਇਨਸਾਨੀਅਤ ਮਰ ਚੁੱਕੀ ਹੈ? ਮੈਂ ਤੁਹਾਨੂੰ ਇਹ ਗੱਲ ਦੀ ਬੇਨਤੀ ਕਰਨਾ ਜਾ ਰਿਹਾ ਹਾਂ ਕਿ ਫੌਰੀ ਤੌਰ ਦੇ ਉੱਪਰ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੇ ਕੋਲੋਂ ਮਾਫੀ ਮੰਗੋ, ਅਦਰਵਾਈਜ਼ ਬਾਬਾ ਸਾਹਿਬ ਦੀ ਕੌਮ ਕਾਂਗਰਸ ਹਾਈ ਕਮਾਂਡ ਨੂੰ ਮਜਬੂਰ ਕਰੇਗੀ ਕਿ ਤੁਹਾਨੂੰ ਕਾਂਗਰਸ ਪਾਰਟੀ ਚੋਂ ਬਾਹਰ ਕੱਢਿਆ ਜਾਏ। ਅਗਰ ਕਾਂਗਰਸ ਪਾਰਟੀ ਇਹ ਤੁਹਾਡੇ ਖਿਲਾਫ ਕਾਰਵਾਈ ਨਹੀਂ ਕਰਦੀ ਔਰ ਤੁਸੀਂ ਮਾਫੀ ਨਹੀਂ ਮੰਗਦੇ ਤੇ ਦਲਿਤ ਸਮਾਜ ਫੌਰੀ ਤੌਰ ਤੇ ਉੱਪਰ ਇੱਕ ਵੱਡੀ ਮੀਟਿੰਗ ਕਰਕੇ ਤੁਹਾਡੇ ਖਿਲਾਫ ਜਹਾਜ਼ ਛੇੜੇਗਾ। ਭਾਰਤੀ ਜਨਤਾ ਪਾਰਟੀ ਦਾ ਅੱਜ ਸਥਾਪਨਾ ਦਿਵਸ ਹੈ। ਪੰਜਾਬ ਪੱਧਰ ਤੇ ਅਤੇ ਰਾਸ਼ਟਰੀ ਪੱਧਰ ਤੇ ਬੀਜੇਪੀ ਨੂੰ ਸਮਰਪਿਤ ਸਮਾਗਮ ਕੀਤੇ ਗਏ। ਦਿੱਲੀ ਵਿਖੇ ਰਾਸ਼ਟਰੀ ਪੱਧਰ ਦਾ ਸਮਾਗਮ ਕੀਤਾ ਜਿਸ ਦੇ ਵਿੱਚ ਬੀਜੇਪੀ ਦੇ ਰਾਸ਼ਟਰੀ ਆਗੂਆਂ ਦੁਆਰਾ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਵਿਖੇ ਵੀ ਬੀਜੇਪੀ ਦੁਆਰਾ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਬੀਜੇਪੀ ਦੀਆਂ ਉਪਲਬਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪਾਰਟੀ ਦੀ ਵਿਚਾਰਧਾਰਾ ਬਾਰੇ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ। ਅੱਜ ਜੋ ਪਾਰਟੀ ਦਿਖਦੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਦੇਸ਼ ਦੇ ਅੰਦਰ 2014 ਤੋਂ ਰਾਜ ਕਰ ਰਹੀ ਹੈ ਔਰ ਅਨੇਕ ਸਟੇਟਾਂ 'ਚ ਪਾਰਟੀ ਦਾ ਰਾਜ ਹੈ, ਲੇਕਿਨ ਇਹਦੇ ਪਿੱਛੇ ਜਿਹੜਾ ਕਾਰਜਕਰਤਾ ਦਾ ਤਪ ਹੈ, ਬਲੀਦਾਨ ਹੈ, ਸਮਰਪਣ ਹੈ, ਨਿਸ਼ਠਾ ਹੈ, ਉਹਨੂੰ ਸਮਰਨ ਕਰਨ ਦਾ ਵੀ ਅੱਜ ਦਿਨ ਹੈ ਔਰ ਜਿਹੜੇ ਅੱਜ ਦੀ ਪੀੜ੍ਹੀ ਹੈ ਉਹਨੂੰ ਪੁਰਾਣੀ ਪੀੜ੍ਹੀ ਤੋਂ ਪ੍ਰੇਰਣਾ ਲੈਣ ਦਾ ਵੀ ਦਿਨ ਹੈ ਕਿ ਜਿਨ੍ਹਾਂ ਨੇ ਪਾਰਟੀ ਨੂੰ ਇਸ ਤੱਕ ਪਹੁੰਚਾਇਆ, ਅਸੀਂ ਇਸ ਪਾਰਟੀ ਨੂੰ ਹੋਰ ਤਾਕਤਵਰ ਬਣਾਉਣਾ ਹੈ ਔਰ ਪਾਰਟੀ ਨੂੰ ਤਾਕਤਵਰ ਬਣਾਉਣ ਦਾ ਮਤਲਬ ਹੈ ਕਿ ਦੇਸ਼ ਨੂੰ ਦੁਨੀਆ ਦੇ ਅੰਦਰ ਵਿਸ਼ਵ ਗੁਰੂ ਦੀ ਉਪਾਧੀ ਮਿਲੇ। ਇਹ ਬੀਜੇਪੀ ਦਾ ਸ਼ੁਰੂ ਤੋਂ ਸਲੋਗਨ ਰਿਹਾ। ਕਿਸਾਨਾਂ ਦੁਆਰਾ ਖੇਤੀ ਕਾਨੂੰਨਾਂ ਖਿਲਾਫ ਲੜੇ ਗਏ ਲੰਮੇ ਅੰਦੋਲਨ ਨੂੰ ਲੈ ਕੇ ਹੁਣ ਕਿਤਾਬਾਂ ਛਾਪੀਆਂ ਜਾ ਰਹੀਆਂ ਨੇ। ਸਕੂਲੀ ਬੱਚਿਆਂ ਨੂੰ ਕਿਸਾਨੀ ਅੰਦੋਲਨ ਬਾਰੇ ਜਾਣਕਾਰੀ ਦੇਣ ਦੇ ਲਈ ਡਾਕਟਰ ਜਗਜੀਤ ਸਿੰਘ ਧੂਰੀ ਦੁਆਰਾ ਇੱਕ ਕਿਤਾਬ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਦੇ ਵਿੱਚ ਸਕੂਲੀ ਬੱਚਿਆਂ ਦੇ ਲਈ ਖਾਸ ਤੌਰ ਤੇ ਪਾਠਕ੍ਰਮ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਕਿਸਾਨੀ ਅੰਦੋਲਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਬੁੱਕ ਨਾ ਜੀ, ਇਹ ਮੈਂ ਪੰਜਾਬੀ ਦੀਆਂ ਪਾਠ ਪੁਸਤਕਾਂ ਲਿਖੀਆਂ ਨੇ। ਇੱਛੁਕ ਜਿਹੜੇ ਵਿਦਿਆਰਥੀ ਨੇ ਜਾਂ ਕੋਈ ਮਾਪੇ ਨੇ ਪੜ੍ਹਾਉਣਾ ਚਾਹਣ ਆਪਦੇ ਬੱਚਿਆਂ ਨੂੰ, ਉਹਨਾਂ ਲਈ ਲਿਖੀਆਂ ਨੇ ਇਹ। ਤੇ ਇਸ ਦੇ ਵਿੱਚ ਇਹ ਪਾਠ ਪਾਇਆ ਗਿਆ ਸੀ ਕਿਸਾਨ ਅੰਦੋਲਨ, ਜਿਹੜਾ ਕਿ ਮਾਂ-ਬਾਪ ਨੇ ਪੜ੍ਹਿਆ ਤੇ ਬੜਾ ਪਸੰਦ ਆਇਆ, ਜਿਨ੍ਹਾਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਜਿਹੜੀ ਇਹ ਗੱਲ ਹੈ ਜਿਹੜੀ ਪੰਜਾਬ ਦੇ ਤੇ ਭਾਰਤ ਦੇ ਕੋਨੇ-ਕੋਨੇ ਤੱਕ ਇਹ ਗੱਲ ਪਹੁੰਚੀ ਹੈ। ਤੇ ਉਧਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਅੱਜ ਦਿੱਲੀ ਦੇ ਦੌਰੇ ਤੇ ਰਹੇ ਤੇ ਇਸ ਦੌਰਾਨ ਉਹਨਾਂ ਨੇ ਕੇਂਦਰੀ ਮੰਤਰੀ RK ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਬਿਜਲੀ ਦੇ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਵੀ ਕੀਤੀ ਹੈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਬਾਰੇ ਉਹਨਾਂ ਗੱਲਬਾਤ ਕੀਤੀ ਹੈ ਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਵੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਸਮਾਰਟ ਮੀਟਰ ਲਗਾਉਣ ਬਾਰੇ ਵੀ ਵਿਚਾਰ ਚਰਚਾ ਹੋਈ ਹੈ। देखो स्मार्ट मीटर्स ਜਿਹੜੇ ਨੇ ਜਾਂ ਪ੍ਰੀਪੇਡ ਮੀਟਰਸ ਨੇ, ਆਈ ਹੈਵ ਆਲਰੇਡੀ ਟੋਲਡ ਕਿ देयर इज डिफरेंस। ਸਮਾਰਟ ਮੀਟਰਸ ਦੇ ਵਿੱਚ ਤੇ ਅਸੀਂ ਉਹ ਬਿੱਲ ਜਨਰੇਸ਼ਨ ਉਹਦੇ ਤੇ ਹੋ ਜਾਏਗੀ ਜਾਂ ਕੋਈ ਅਪਲਾਈਐਂਸਿਸ ਆਨ ਰਹਿ ਗਏ ਨੇ ਉਹ ਬੰਦ ਹੋ ਜਾਣਗੇ ਐਂਡ ਵੀ ਆਰ ਐਗਜ਼ਾਮਿਨਿੰਗ ਕਿ ਪ੍ਰੀਪੇਡ ਮੀਟਰਸ ਔਰ ਸਮਾਰਟ ਮੀਟਰ ਜਿਹੜੇ ਨੇ ਇਹ ਜਿੱਥੇ ਕੋਈ ਪਬਲਿਕ ਇਨਕਨਵੀਨੀਅੰਸ ਨਾ ਹੋਵੇ
ਪਬਲਿਕ ਇਨਕਨਵੀਨੀਅੰਸ ਜਾਂ ਜੋ ਕੁਝ ਵੀ ਆ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਐਗਜ਼ਾਮਨ ਕਰਕੇ ਹੀ ਇੰਪਲੀਮੈਂਟ ਕਰਾਂਗੇ। ਸਰ, ਇੱਕ ਸਵਾਲ ਬਿਜਲੀ ਦੀ ਸ਼ਾਰਟੇਜ ਹੈਗੀ ਹੈ ਪੰਜਾਬ 'ਚ, ਤੁਹਾਨੂੰ ਲੱਗਦਾ ਕਮੀ ਨਹੀਂ ਹੈਗੀ ਹੈ? ਨਹੀਂ, ਬਿਜਲੀ ਦੀ ਕਮੀ ਨਹੀਂ ਆ। ਦੇਖੋ ਪਿਛਲੇ ਸਾਲ ਮਾਰਚ 2022 ਦੇ ਵਿੱਚ ਅਸੀਂ ਕੋਈ 8500 ਮੈਗਾਵਾਟ ਜਿਹੜੀ ਆ ਉਹ ਡਿਮਾਂਡ ਵਧੀ ਸੀਗੀ 1000 ਮੈਗਾਵਾਟ। ਪਿਛਲੇ ਸਾਲ 2021 ਦੇ ਵਿੱਚ ਸਾਡੇ ਕੋਲ 7500 ਸੀਗੀ, ਅਸੀਂ ਉਹ ਵੀ ਮੈਟ ਕੀਤੀ ਸੀ। ਇਸ ਵਾਰ 1000 ਵੱਧ ਗਈ ਐਂਡ ਅਸੀਂ ਦੇ ਦਿੱਤੀ ਉਹ ਵੀ 1000 ਵੱਧ ਮੈਗਾਵਾਟ ਜਿਹੜੀ ਬਿਜਲੀ ਆ ਉਹ ਮਾਰਚ ਦੇ ਵਿੱਚ ਹੀ ਵੱਧ ਸਪਲਾਈ ਕੀਤੀ ਗਈ ਹੈ। ਸੋ ਮੇਰੇ ਖਿਆਲ ਅਨੁਸਾਰ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸੰਕਟ ਨਹੀਂ ਹੋਵੇਗਾ। ਹਰਿਆਣਾ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਸੁਸ਼ੀਲ ਗੁਪਤਾ ਚੰਡੀਗੜ੍ਹ ਪਹੁੰਚੇ, ਜਿੱਥੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਪਰ ਕਈ ਗੰਭੀਰ ਸਿਆਸੀ ਇਲਜ਼ਾਮ ਲਗਾਏ ਨੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨਿਕ ਸੰਸਥਾਵਾਂ ਦੇ ਉੱਪਰ ਵਾਧੂ दबाव पा रही है। इतिहास के अंदर काले अक्षरों के अंदर वो दिन लिखा जाएगा। केंद्र सरकार ने एक निगम को चलाने के लिए संविधान से छेड़छाड़ की। क्या विडंबना है, जिस दिन इलेक्शन कमीशन चुनाव की तारीखों की घोषणा करने वाला था उस दिन इलेक्शन कमीशन ने घोषणा की कि मैं लीगल राय लूँगा कि तीनों एमसीडी एक हो सकती हैं या नहीं हो सकती, उसके बाद चुनाव कराऊंगा। कल चुनाव आयोग ये कहने लगे कि पंजाब से हरियाणा और हिमाचल अलग हुए थे, ये तीनों एक हो सकते हैं, नहीं हो सकते, तब चुनाव कराऊंगा। तो क्या स्थिति होगी? इतना दबाव माननीय गृह मंत्री जी को और प्रधानमंत्री जी को इन संस्थाओं के ऊपर ना डालना चाहिए कि ये व्यक्ति अपना निष्पक्ष फैसला ना कर पाए। ਰੂਪਨਗਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦੇਵੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਖਰਾਬ ਹੋਈ ਫਸਲ ਦੀ ਜਲਦ ਗਿਰਦਾਵਰੀ ਕਰਾਈ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਜਲਦ ਹੀ ਮੁਆਵਜ਼ਾ ਨਹੀਂ ਦਿੰਦੀ ਤਾਂ ਕਿਸਾਨ ਸੰਘਰਸ਼ ਤਿੱਖਾ ਕਰਨ ਦੇ ਲਈ ਮਜਬੂਰ ਹੋਣਗੇ। ਅੱਜ ਅਸੀਂ ਇਹ ਸੰਕੇਤਕ ਧਰਨਾ ਜਿਹੜਾ ਇਲਾਕਾ ਸੁਧਾਰ ਕਮੇਟੀ ਲੌਦੀ ਮਾਜਰਾ ਵੱਲੋਂ ਲਗਾਇਆ ਗਿਆ, ਪਿਛਲੇ 2 ਮਹੀਨਿਆਂ ਤੋਂ ਜਦੋਂ ਬਾਰਿਸ਼ ਪਈ ਆ, ਬਾਰਿਸ਼ ਦੇ ਕਾਰਨ ਜਿਹੜੀਆਂ ਰੋਪੜ ਤੋਂ ਲੈ ਕੇ ਘੱਟੋ ਘੱਟ ਨੰਗਲ ਤੱਕ ਕੋਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਕਣਕ ਦੀ ਫਸਲ ਸੀ ਉਹ ਖਰਾਬ ਹੋ ਚੁੱਕੀ ਆ, ਜਿਹਦੇ ਵਾਸਤੇ ਅਸੀਂ ਵੱਖ-ਵੱਖ ਆਫੀਸਰ ਜੀ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ, ਬਾਕੀ ਸਾਰੇ ਅਦਾਰਿਆਂ ਨੂੰ ਅਸੀਂ ਨੋਟਿਸ ਭੇਜ ਚੁੱਕੇ ਆ। ਇਹ ਧਰਨਾ ਇਸ ਵਾਸਤੇ ਲਗਾਇਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ, ਸਾਰੇ ਜ਼ਿਲ੍ਹੇ ਦੇ ਵਿੱਚ ਪਿੱਛੇ 1.5-2 ਮਹੀਨੇ ਪਹਿਲਾਂ ਜਿਹੜੀਆਂ ਵਰਖਾ ਪਈਆਂ ਉਹਦੇ ਨਾਲ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ। ਉਸ ਦੇ ਸੰਬੰਧ ਦੇ ਵਿੱਚ ਅਸੀਂ ਉਸੇ ਵੇਲੇ ਤੋਂ ਹੀ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ, ਪਰ ਸਰਕਾਰ ਨੇ ਅੱਜ ਤੱਕ ਕੋਈ ਵੀ ਤਸੱਲੀ ਵਾਸਤੇ ਜਵਾਬ ਨਹੀਂ ਦਿੱਤਾ। ਉਹਦੇ ਕਰਕੇ ਸਾਨੂੰ ਮਜਬੂਰ ਵੀ ਬਸ 3 ਦਿਨ ਦਾ ਇਹ ਲਗਾਤਾਰ ਧਰਨਾ ਅੱਜ ਜਿਹੜੀ ਸੰਕੇਤਕ ਧਰਨਾ ਰੱਖਿਆ ਤੇ ਕੱਲ੍ਹ ਨੂੰ ਅਤੇ ਪਰਸੋਂ ਨੂੰ 2 ਦਿਨ ਫਿਰ ਧਰਨਾ ਦਿੱਤਾ ਜਾਏਗਾ। ਬਰਨਾਲਾ ਵਿਖੇ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇ। ਅਸੀਂ ਧੌਲਾ ਗ੍ਰਿਡ ਦੇ ਮੂਹਰੇ ਧਰਨਾ ਦੇ ਰਹੇ ਹਾਂ। ਇਹ ਧਰਨਾ ਇਸ ਕਰਕੇ ਹੈ, ਪ੍ਰਦਰਸ਼ਨ ਇਸ ਕਰਕੇ ਕੀਤਾ ਕਿਉਂਕਿ ਸਾਡੇ ਪਿੰਡਾਂ ਦੇ ਨਾਲ ਲੱਗਦੇ ਗਵਾਂਢੀ ਪਿੰਡ ਕਾਨੇ ਕੇ, ਧੂਰਕੋਟ, ਰੂੜੇ ਕੇ ਕਲਾਂ, ਇਹ ਖਾਸ ਕਰਕੇ 3 ਪਿੰਡਾਂ ਦਾ ਵੱਡੀ ਸਮੱਸਿਆ ਹੈ ਤੇ ਹੈਗੀ ਤਾਂ ਧੌਲੇ ਨੂੰ ਵੀ ਹੈ, ਪਰ ਧੌਲੇ ਨੂੰ ਕੁਝ ਰਾਹਤ ਹੈ ਤੇ ਪਰ ਜਿਹੜੀ ਇਹ 3 ਪਿੰਡ ਨੇ ਮੈਂ ਪਹਿਲਾਂ ਗਿਣੇ ਨੇ, ਧੌਲਾ, ਆਪਣਾ ਰੂੜੇ ਕੇ ਕਲਾਂ, ਧੂਰਕੋਟ ਤੇ ਕਾਨੇ ਕੇ, ਇਹਨਾਂ ਨੂੰ ਤਾਂ ਵੱਡੇ ਕੱਟ ਲੱਗਦੇ ਨੇ ਘਰੇਲੂ ਬਿਜਲੀ ਵਾਸਤੇ। ਉਹਨੂੰ ਪੂਰੀ ਬਿਜਲੀ ਕਰਾਉਣ ਵਾਸਤੇ ਅਸੀਂ ਜਿਹੜੀ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਕਰ ਰਹੇ ਹਾਂ। ਚੇਤਾਵਨੀ ਹੈ ਸਰਕਾਰ ਨੂੰ ਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ, ਜੇ ਅੱਜ ਤਾਂ ਸਿਰਫ ਪ੍ਰਦਰਸ਼ਨ ਹੀ ਹੈ ਸਾਡਾ, ਇੱਕ ਚੇਤਾਵਨੀ ਦੇਣਾ ਹੈ ਜੇ ਸਾਡੀ ਬਿਜਲੀ ਨਾ ਪੂਰੀ ਕੀਤੀ ਗਈ ਘਰਾਂ ਵਾਲੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਆਗੂਆਂ ਦੇ ਧਿਆਨ 'ਚ ਲਿਆ ਕੇ ਵੱਡਾ ਕੋਈ ਰੋਸ ਪ੍ਰਦਰਸ਼ਨ ਵੱਡਾ ਕਰਾਂਗੇ। ਕਿਸੇ ਅਧਿਕਾਰੀਆਂ ਨੂੰ ਘੇਰ ਕੇ ਕੋਈ ਸਰਕਾਰ ਦੇ ਪ੍ਰਤੀ ਕੋਈ ਵੀ ਸਾਨੂੰ ਐਕਸ਼ਨ ਲੈ ਸਕਦੇ, ਅਸੀਂ ਆਪਣੇ ਆਗੂਆਂ ਨਾਲ ਮੀਟਿੰਗ ਕਰਕੇ। ਕੈਟੇਗਰੀ ਬਣੀਆਂ ਹੋਈਆਂ ਨੇ ਜੀ, ਸਾਨੂੰ ਜਿਵੇਂ ਮੈਸੇਜ ਆਉਂਦਾ ਜੀ ਉੱਤੋਂ ਗ੍ਰਿਡ ਵਾਈਜ਼ ਮੈਸੇਜ ਆਉਂਦੇ ਨੇ ਜੀ, ਸਾਨੂੰ ਤਾਂ ਦੇਖੋ ਉੱਦਾਂ ਹੀ ਲਾਉਣੇ ਪੈਂਦੇ ਨੇ ਜੀ। ਕਾਰਨ ਤਾਂ ਦੇਖੋ ਬਾਈ ਜੀ ਕੋਈ ਵੀ ਥਰਮਲ ਵਗੈਰਾ ਦੀ ਰਿਪੇਅਰ ਜਿਵੇਂ ਕਹਿ ਦਿੰਦੇ ਨੇ ਜੀ, ਤੇ ਇੰਨਾ ਕਾ ਵੀ ਕੋਈ ਥਰਮਲ ਦੀ ਰਿਪੇਅਰ ਚੱਲ ਰਹੀ ਹੈ ਜੀ, ਉਹਦੇ ਕਰਕੇ ਕੱਟ ਜ਼ਿਆਦਾ ਲੱਗ ਰਿਹਾ ਜੀ। ਹਾਂਜੀ, ਜਿਵੇਂ ਉੱਤੋਂ 220 ਤੋਂ ਮੈਸੇਜ ਆਉਂਦਾ ਜੀ, ਇਸ ਤਾਂ ਦੇਖੋ ਉਵੇਂ ਬਾਈ ਜੀ ਕੱਟ ਲਾਉਣੇ ਨੇ ਜੀ। ਹਰਿਆਣਾ ਦਾ ਵੱਡਾ ਸਿਆਸੀ ਪਰਿਵਾਰ ਚੌਟਾਲਾ ਪਰਿਵਾਰ ਅੱਜ ਰਾਜਘਾਟ ਵਿਖੇ ਪਹੁੰਚਿਆ, ਜਿੱਥੇ ਉਹਨਾਂ ਨੇ ਚੌਧਰੀ ਦੇਵੀ ਲਾਲ ਦੀ ਸਮਾਧੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਦੇ ਮਸਲੇ ਤੇ ਚੌਟਾਲਾ ਪਰਿਵਾਰ ਵੱਲੋਂ ਹਰਿਆਣਾ ਦਾ ਪੱਖ ਵੀ ਰੱਖਿਆ ਗਿਆ। चौधरी देवीलाल जी की 21वीं पुण्यतिथि है।
हर पुण्यतिथि पर उन्हें श्रद्धा के सुमन अर्पित करने के लिए पूरे देश के लोग यहाँ पे एकत्रित होते हैं। आज हम भी उन्हें श्रद्धा सुमन अर्पित करने के लिए आए हैं। उनकी जो राजनीति रही आज के समय में कितनी प्रासंगिक लगती है? उनके दिखाए हुए रास्ते पर चल कर के निरंतर आज देश की अनेक सरकारें काम कर रही हैं और जो काम उन्होंने किए आज देख रहे हैं आप कि उसके परिणाम आपके सामने हैं। निरंतर वो सेवाएं आगे बढ़ रही हैं। कैसे अवसरशाही को गांव की धरातल पर उतारकर जनता दरबार लगाने का काम किया था। मैं ये मानता हूं कि अपने आप में जननायक स्वर्गीय चौधरी देवीलाल प्रेरणा है प्रत्येक नागरिक के लिए, चाहे उनके उठाए हुए कदमों को आज दुनिया भर में बुढ़ापा पेंशन हो, मैटरनिटी लीव हो, बच्चा बच्चा योजना या आज काम के बदले अनाज को मनरेगा के तौर पर हम देखते हैं अपनाया जा रहा है। और अपने आप में उनका जीवन केवल जीवन नहीं, एक संस्था के तौर पर हमारी पीढ़ियों को सिखाने। हमने तो चौधरी देवीलाल के परिवार में जन्म लिया, लेकिन चौधरी देवीलाल जी से दुनिया के लोगों ने सीखने का काम किया। उन्होंने इस देश की राजनीति को कई बार बदलने का काम किया। बहुत सारे लोगों ने चौधरी देवीलाल के नाम पे राजनीति करके दाव लगाई, लेकिन लोग जल्दी ऐसे लोगों की नीयत को भांप गए और उन लोगों को सबक भी सिखाया। आज भी कुछ लोग चौधरी देवीलाल के नाम पे राजनीतिक रोटियां सेकने के प्रयास में है, उन्हें भी सबक मिलेगा। आपने देखा नहीं कैसे फोटो खिंचाने के लिए कितनी देर तक बैठ करके गए। ऐसे लोगों को भी लोग सबक सिखाएंगे। चौटाला साहब ने अपने साफ शब्दों में एक बात कही थी कि चौधरी देवीलाल तो कमेरे के पक्षधर थे, लुटेरे को हमेशा उन्होंने लुटेरों से देश को बचाने का काम किया। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਕੇਂਦਰ ਸਰਕਾਰ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਲਾਲ ਕਿਲੇ ਦੇ ਵਿੱਚ ਵੀ ਖਾਸ ਧਾਰਮਿਕ ਸਮਾਗਮ ਕੀਤਾ ਜਾਵੇਗਾ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਮੂਲੀਅਤ ਕਰਨਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। उन्होंने कहा है कि इस समागम ਦੇ ਵਿੱਚ ਦਿੱਲੀ ਕਮੇਟੀ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਵੱਡਾ ਕੀਰਤਨ ਸਮਾਗਮ ਔਰ ਉਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਸੈਲੀਬ੍ਰੇਟ ਕਰਨ ਦੀ ਗੱਲ ਜਿਹੜੀ ਸਰਕਾਰ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਾਲ ਐਸੋਸੀਏਟ ਕਰਦੇ ਹੋਏ ਅੱਜ ਸਾਨੂੰ ਜਿਹੜਾ ਮੰਗ ਪੱਤਰ ਭੇਜਿਆ ਔਰ ਉਹਦੇ ਵਿੱਚ ਇਹ ਡਿਮਾਂਡ ਕੀਤੀ ਹੈ ਕਿ ਜੋ ਫੈਸਲਾ ਭਾਰਤ ਦੀ ਸਰਕਾਰ ਨੇ ਲਿਆ ਉਹਦੇ ਵਿੱਚ ਸਾਡੇ ਸਹਿਯੋਗੀ ਬਣ ਕੇ ਇਸ ਸੈਲੀਬ੍ਰੇਸ਼ਨ ਨੂੰ ਦਾ ਹਿੱਸਾ ਬਣੋ ਔਰ ਵੱਧ ਚੜ੍ਹ ਕੇ ਇਹਦੇ ਵਿੱਚ ਆਪਣਾ ਸਹਿਯੋਗ ਦਿਵੋ। ਸੋ ਮੈਂ ਜਿੱਥੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਕਿਉਂਕਿ ਇਹ ਸਮੁੱਚੇ ਸਿੱਖਾਂ ਲਈ ਬਹੁਤ ਵੱਡੀ ਗੱਲ ਔਰ ਬੜੀ ਮਾਣ ਦੀ ਗੱਲ ਹੈ ਕਿ ਜਿਸ ਪੱਧਰ ਦੇ ਉੱਤੇ ਜਿਸ ਸਰਕਾਰਾਂ ਇਹ ਸ਼ਤਾਬਦੀਆਂ ਦੇ ਵਿੱਚ ਸਹਿਯੋਗ ਪਾਉਂਦੀਆਂ, ਸ਼ਤਾਬਦੀਆਂ ਮਨਾਉਂਦੀ ਹੈ, ਇਹਦੇ ਨਾਲ ਦੇਸ਼ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਜਾਂਦਾ ਔਰ ਜਿਹੜੀ ਇਹ ਸੋਚ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਗ੍ਰਹਿ ਮੰਤਰੀ ਦਾ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਗਿਆ, ਜਿਹਦੇ ਵਿੱਚ ਕੀਰਤਨ ਦੇ ਸਮਾਗਮ ਹੋਣੇ ਹੈ, ਜਿੱਥੇ ਲੇਜ਼ਰ ਸ਼ੋਜ਼ ਹੋਣੀ ਹੈ, ਸਟੇਜ ਸ਼ੋਜ਼ ਦੀ ਗੱਲ ਕੀਤੀ ਜਾ ਰਹੀ ਹੈ ਔਰ ਗੱਤਕੇ ਦੇ ਜੌਹਰ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੇ ਪੁਰਾਤਨ ਸਾਡਾ ਵਿਰਸਾ ਹੈ ਉਹਨੂੰ ਸੰਗਤਾਂ ਤੱਕ ਦਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਸਰਕਾਰ ਦੀ ਬਹੁਤ ਵੱਡੀ ਸੋਚ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਅੱਜ ਦੁਨੀਆ ਤੱਕ ਇੱਕ ਵੱਡਾ ਮੈਸੇਜ ਦੇ ਸਕੀ। ਉਹਨਾਂ ਦੇ ਜੀਵਨ ਦੇ ਬਾਰੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਦਾ ਕਰਕੇ ਅੱਜ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਅੱਜ ਜਿਸ ਤਰੀਕੇ ਦੇ ਨਾਲ ਪ੍ਰਫੁੱਲਿਤ ਹੋਇਆ, ਮੈਂ ਸਮਝਦਾ ਕਿ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਅੱਜ ਉਹਨੂੰ ਜਿਸ ਗੱਲ ਨੂੰ ਐਕਨੋਲੇਜ ਸਰਕਾਰਾਂ ਕਰ ਰਹੀ ਹੈ, ਉਹਨਾਂ ਦੇ ਜਨਮ ਸ਼ਤਾਬਦੀ ਨੂੰ ਮਨਾਉਣ ਦੀ ਗੱਲ, ਇਹ ਬਹੁਤ ਵੱਡੀ ਔਰ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਸੂਬੇ ਦੀਆਂ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।